ਸੈਲਫ ਕੰਸੈਪਟ ਦੇ ਬਾਰੇ ਅੱਜ ਆਪਾਂ ਪੜਾਂਗੇ, ਇਸ ਦਾ क्या मीनिंग है, क्या कंपोनेंट्स हैं, ठीक है। इस दे बारे ਆਪਾਂ ਗੱਲ ਕਰਾਂਗੇ। सब तो पहला what is self concept? Self concept is the image that we have of ourselves. Self concept ਉਹ ਹੈ ਜੋ ਸਾਡੀ ਆਪਣੇ ਬਾਰੇ क्या image है, ਅਸੀਂ ਆਪਣੇ ਬਾਰੇ क्या ਸੋਚਦੇ हैं, ਉਸ ਨੂੰ ਆਪਾਂ ਕਹਿੰਦੇ ਹਾਂ self concept. Self concept is how you perceive your behavior, abilities and unique characteristics. ਅਸੀਂ ਆਪਣੇ ਬਿਹੇਵੀਅਰ ਨੂੰ ਕਿਸ ਤਰ੍ਹਾਂ ਦੇਖਦੇ ਹਾਂ, ਪਰਸੀਵ ਕਿਸ ਤਰ੍ਹਾਂ ਕਰਦੇ ਹਾਂ, ਆਪਣੀਆਂ ਐਬਿਲਿਟੀਜ਼ ਨੂੰ ਪਰਸੀਵ ਕਿਸ ਤਰ੍ਹਾਂ ਕਰਦੇ ਹਾਂ, ਔਰ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਕਰੈਕਟਰਿਸਟਿਕਸ ਹੈ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਪਰਸੀਵ ਕਰਦੇ ਹਾਂ, ਉਸ ਨੂੰ ਆਪਾਂ ਕਹਿੰਦੇ ਹਾਂ ਸੈਲਫ ਕੰਸੈਪਟ। ਜਿਵੇਂ ਇੱਕ ਐਗਜ਼ਾਮਪਲ ਇੱਥੇ ਦੇ ਰੱਖੀ ਹੈ ਕਿ ਬਲੀਫ ਸਚ ਐਸ ਆਈ ਐਮ ਅ ਗੁੱਡ ਪਰਸਨ ਔਰ ਗੁੱਡ ਫਰੈਂਡ ਔਰ ਆਈ ਐਮ ਅ ਕਾइंड ਪਰਸਨ। ਇਹ ਮੇਰਾ ਆਪਣੇ ਬਾਰੇ ਬਲੀਫ ਹੈ ਕਿ ਮੈਂ ਇੱਕ ਅੱਛਾ ਦੋਸਤ ਹਾਂ, ਮੈਂ ਇੱਕ ਅੱਛਾ ਵਿਅਕਤੀ ਹਾਂ, ਇਹ ਮੇਰਾ ਆਪਣੇ ਬਾਰੇ ਦੇ ਵਿੱਚ ਬਲੀਫ ਹੈ। ਤਾਂ ਜਿਹੜਾ ਇਹ ਬਲੀਫ ਹੈ ਇਹੀ ਜਿਹੜਾ ਸੈਲਫ ਕੰਸੈਪਟ ਹੈ ਬਣਦਾ ਹੈ। ਸੈਲਫ ਕੰਸੈਪਟ ਟੈਂਡਸ ਟੂ ਬੀ ਮੋਰ ਫਲੈਕਸੀਬਲ ਵੈਨ ਯੂ ਆਰ ਯੰਗਰ। ਜਦੋਂ ਅਸੀਂ ਯੰਗ ਹੁੰਦੇ ਹਾਂ, ਅਡੋਲੇਸੈਂਟ ਸਟੇਜ ਦੇ ਵਿੱਚ ਹੁੰਦੇ ਹਾਂ, ਅਡੋਲੇਸੈਂਟ ਸਟੇਜ ਤੱਕ ਜਿਹੜਾ ਸਾਡਾ ਸੈਲਫ ਕੰਸੈਪਟ ਹੈ ਉਹ ਜ਼ਿਆਦਾ ਫਲੈਕਸੀਬਲ ਹੁੰਦਾ ਹੈ। ਕਿਉਂ ਹੁੰਦਾ ਹੈ? ਕਿਉਂਕਿ ਵੀ ਆਰ ਸਟਿਲ ਗੋਇੰਗ ਥਰੂ ਦਾ ਪ੍ਰੋਸੈਸ ਆਫ ਸੈਲਫ ਡਿਸਕਵਰੀ ਐਂਡ ਆਇਡੈਂਟੀਟੀ ਫਾਰਮੇਸ਼ਨ। ਕਿਉਂਕਿ ਉਦੋਂ ਤੱਕ ਅਸੀਂ ਹਲੇ ਆਪਣੇ ਆਪ ਨੂੰ ਸੈਲਫ ਡਿਸਕਵਰ ਕਰ ਰਹੇ ਹਾਂ ਔਰ ਆਪਣੀ ਆਇਡੈਂਟੀਟੀ ਜਿਹੜੀ ਹੈਗੀ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਕਰਕੇ ਜਿਹੜਾ ਸਾਡਾ ਸੈਲਫ ਕੰਸੈਪਟ ਹੈ ਉਹ ਲਗਭਗ ਅਡੋਲੇਸੈਂਟ ਸਟੇਜ ਦੇ ਖਤਮ ਹੁੰਦੇ ਹੋਏ ਔਰ ਅਡਲਟਹੁੱਡ ਜਿਹੜਾ ਸਟੇਜ ਉਹਦੇ ਸਟਾਰਟਿੰਗ ਦੇ ਵਿੱਚ ਜਿਹੜਾ ਹੈਗਾ ਉਹ ਜ਼ਿਆਦਾ ਫਲੈਕਸੀਬਲ ਹੁੰਦਾ ਹੈ। ਐਜ਼ ਯੂ ਏਜ ਐਂਡ ਲਰਨ ਹੂ ਯੂ ਆਰ ਐਂਡ what's important to you, ਜਿਸ ਤਰ੍ਹਾਂ ਅਸੀਂ ਬੜੇ ਹੁੰਦੇ ਜਾਂਦੇ ਹਾਂ ਆਪਾਂ ਜਾਣਦੇ ਹਾਂ ਕਿ ਅਸੀਂ ਕੌਣ ਹੈ ਔਰ ਸਾਡੇ ਲਈ ਕਿਆ ਇੰਪੋਰਟੈਂਟ ਹੈ। these self perceptions become much more detailed and organized. ਇਹ ਜਿਹੜੀਆਂ ਸਾਡੀਆਂ ਆਪਣੇ ਬਾਰੇ ਪਰਸੈਪਸ਼ਨਸ ਹੈ ਇਹ ਹੋਰ ਜ਼ਿਆਦਾ ਡਿਟੇਲ ਹੋ ਜਾਂਦੀਆਂ ਨੇ ਔਰ ਪੂਰੀ ਤਰ੍ਹਾਂ ਆਰਗੇਨਾਈਜ਼ ਹੋ ਜਾਂਦੀਆਂ ਨੇ, ਔਰ ਜਿਸ ਦੇ ਨਾਲ ਸਾਡਾ ਜਿਹੜਾ ਸੈਲਫ ਕੰਸੈਪਟ ਹੈ ਉਹ ਪੂਰੀ ਤਰ੍ਹਾਂ ਅੱਛੀ ਤਰ੍ਹਾਂ ਬਣ ਜਾਂਦਾ ਹੈ। ਬੱਚੇ ਸਮਝ ਆਇਆ ਥੋੜਾ ਜਿਹਾ? Yes, sir. Good. Next, generally self concept embodies the answer to who am I. ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਸੈਲਫ ਕੰਸੈਪਟ ਜਿਹੜਾ ਹੈਗਾ ਉਹ ਇਸ ਚੀਜ਼ ਦਾ ਆਨਸਰ ਦਿੰਦਾ ਹੈ ਕਿ ਮੈਂ ਕੌਣ ਹੈ। Our self concept is made up of self schemas and their past, present and future selves. ਜਿਵੇਂ ਆਪਾਂ ਇੱਕ ਥਿਊਰੀ ਕਰੀ ਸੀਗੀ ਉਸ ਦੇ ਵਿੱਚ ਆਪਾਂ ਨੇ ਸਕੀਮਾਸ ਦੀ ਗੱਲ ਕਰੀ ਸੀ ਜਿਹੜੇ ਕਿ ਬਿਲਡਿੰਗ ਬਲੌਕਸ ਹੈ, ਕੋਗਨੀਟਿਵ ਸਟਰਕਚਰ ਹੈ, ਉਸ ਦੇ ਵਿੱਚ ਆਪਾਂ ਸਕੀਮਾ ਦੀ ਗੱਲ ਕਰੀ ਸੀਗੀ। ਤਾਂ ਸੈਲਫ ਕੰਸੈਪਟ ਵੀ ਉਹੀ ਹੈ ਜੋ ਅਸੀਂ ਆਪਣੇ ਬਾਰੇ ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ ਦੇ ਬਾਰੇ ਆਪਾਂ ਸੋਚਦੇ ਹਾਂ। ਸੈਲਫ ਕੰਸੈਪਟ ਇਵੋਲਵਸ ਥਰੂ ਆਊਟ ਲਾਈਫ। ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਜਿਹੜਾ ਸੈਲਫ ਕੰਸੈਪਟ ਹੈ ਉਹ ਸਾਰੀ ਉਮਰ ਜਿਹੜਾ ਹੈਗਾ ਉਹ ਬਦਲਦਾ ਰਹਿੰਦਾ ਹੈ, ਚੇਂਜ ਹੁੰਦਾ ਰਹਿੰਦਾ ਹੈ। ਇਹ ਜ਼ਿਆਦਾ ਚੇਂਜ ਹੁੰਦਾ ਹੈ ਐਡੋਲੇਸੈਂਟ ਉਮਰ ਤੱਕ, ਕਿਉਂਕਿ ਉਦੋਂ ਤੱਕ ਆਪਾਂ ਜ਼ਿਆਦਾ ਸੈਲਫ ਡਿਸਕਵਰੀ ਕਰਦੇ ਹਾਂ। ਸੈਲਫ ਕੰਸੈਪਟ ਇਜ਼ ਕੰਪੋਜ਼ਿਟ ਆਈਡੀਆਜ਼, ਫੀਲਿੰਗਸ ਐਂਡ ਐਟੀਟਿਊਡਸ ਪੀਪਲ ਹੈਵ ਅਬਾਊਟ ਥੈਮਸੈਲਵਸ। ਸੈਲਫ ਕੰਸੈਪਟ क्या है? एक कंपोजिट आइडिया है, फीलिंग्स है, एटीट्यूड्स है साडे अपने ही बारे। तो हुण कुछ डेफिनेशंस दे बारे आपां गल करांगे। अकॉर्डिंग टू रोजनबर्ग 1979 दे विच इसने ये डेफिनेशन दित्ती है। सेल्फ कंसेप्ट इज द टोटैलिटी ऑफ एन इंडिविजुअल्स थॉट्स एंड फीलिंग्स हैविंग रेफरेंस टू हिमसेल्फ और हरसेल्फ एज एन ऑब्जेक्ट। तो सेल्फ कंसैप्ट इसने क्या कहा कि टोटैलिटी ऑफ इंडिविजुअल्स थॉट्स एंड फीलिंग्स है। एक इंडिविजुअल दियां टोटल फीलिंग्स और थॉट्स नू मिला के बनता है जो कि एक इंडिविजुअल हिमसेल्फ और हरसेल्फ के बारे सोचता है। अकॉर्डिंग टू बर्न्स 1980, सेल्फ कंसेप्ट एज ए सेट ऑफ एटीट्यूड्स अ पर्सन होल्ड्स टुवर्ड्स हिमसेल्फ और हरसेल्फ। सेल्फ कंसेप्ट क्या है? एक एटीट्यूड है किसी व्यक्ति का जो व्यक्ति अपने बारे सोचता है। अकॉर्डिंग टू बॉर्ड 1991, ये भी डेफिनेशन कर लेने हैं। सेल्फ कंसेप्ट इज कॉल्ड सेल्फ कंस्ट्रक्शन, सेल्फ आइडेंटिटी, सेल्फ पर्सपेक्टिव in a multi-dimensional construct that refers to an individual's perception of self in relation to many number of characteristics such as academics, gender roles, sexuality, racial identity and many others. Each of these characteristics is a research domain. इस दे विच क्या कहा गया कि सेल्फ कंसेप्ट क्या है? सेल्फ कंस्ट्रक्शन है, सेल्फ आइडेंटिटी है, सेल्फ परस्पेक्टिव है और मल्टी डायमेंशनल कंस्ट्रक्ट है जिस दे विच एक व्यक्ति जिहड़ा है बच्चा है वो अलग-अलग तरह के रोल प्ले करता है, अलग-अलग तरह दी करैक्टरिस्टिक्स होंदियां ने। जिवें आपां ने गल करी है इत्थे एकेडमिक्स है, जेंडर रोल है, सैक्सुअलिटी है,
ਰੇਸ਼ੀਅਲ ਆਇਡੈਂਟੀਟੀ ਹੈ, ਹੋਰ ਵੀ ਬਹੁਤ ਤਰ੍ਹਾਂ ਦੇ ਰੋਲ ਜਿਹੜਾ ਬੱਚਾ ਹੈ ਉਹ ਪਲੇ ਕਰਦਾ ਹੈ, ਉਸ ਦੇ ਨਾਲ ਜਿਹੜਾ ਬੱਚੇ ਦਾ ਸੈਲਫ ਕਨਸੈਪਟ ਹੈ ਉਹ ਬਣਦਾ ਹੈ। ਬੱਚੇ ਡੈਫੀਨੇਸ਼ਨਸ ਕਲੀਅਰ ਹੈ? ਤੇ ਹੁਣ ਆਪਾਂ ਗੱਲ ਕਰਾਂਗੇ, ਇੱਕ ਹਿਊਮਨਿਸਟ ਸਾਈਕੋਲੋਜਿਸਟ ਹੈ ਕਾਰਲ ਰੋਜਰਸ। ਇਸਨੇ ਸੈਲਫ ਕਨਸੈਪਟ ਦੇ 3 ਪਾਰਟਸ ਦੇ ਬਾਰੇ ਗੱਲ ਕਰੀ ਹੈ। believed that your self concept was made up of 3 different parts: ideal self, self image and self esteem. ideal self क्या है? the person you want to be. ideal self ये कहता है कि ਅਸੀਂ क्या बनना चाहते हैं, ideally ਅਸੀਂ क्या होना चाहते हैं। और self image कहती है how you see yourself, including attributes like your physical characteristics, personality traits and social roles। ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਦੇਖਦੇ ਹਾਂ, ਅਲੱਗ-ਅਲੱਗ ਤਰ੍ਹਾਂ ਦੇ ਰੋਲਸ ਦੇ ਵਿੱਚ, ਅਲੱਗ-ਅਲੱਗ ਤਰ੍ਹਾਂ ਦੀਆਂ ਕਰੈਕਟਰਿਸਟਿਕਸ ਦੇ ਵਿੱਚ। ਔਰ ਸੈਲਫ ਐਸਟੀਮ how much you like, accept or value yourself। ਅਸੀਂ ਆਪਣੇ ਆਪ ਨੂੰ ਕਿੰਨੀ ਕੁ ਵੈਲਿਊ ਦਿੰਦੇ ਹਾਂ, ਕਿੰਨਾ ਕੁ ਲਾਈਕ ਕਰਦੇ हैं या किन्ना कुछ एक्सेप्ट करते हैं, which can be impacted by a number of factors including how others see you। जो कि बहुत सारे फैक्टर्स से डिपेंड करता है, जिवें दूसरे लोग साडे बारे की सोचते हैं या सानू किस तरह देखते हैं। how you think you compare to others, ਅਸੀਂ दूसरिਆਂ ਦੇ ਨਾਲ ਆਪਣੇ ਆਪ ਨੂੰ किस तरह कंपेयर करते हैं। and your role in the society, और ਅਸੀਂ ਆਪਣੇ ਰੋਲ ਨੂੰ ਕਿੰਨੀ ਕੁ ਵੈਲਿਊ ਦਿੰਦੇ ਹਾਂ ਸਮਾਜ ਦੇ ਵਿੱਚ। क्या मैं समाज ਦੇ ਵਿੱਚ ਇੱਕ अच्छा रोल प्ले कर रहे हैं, अच्छा हस्बैंड, अच्छा ब्रदर, अच्छा सिस्टर, क्या मेरा ਜਿਹੜਾ ਰੋਲ ਹੈ ਸਮਾਜ ਦੇ ਵਿੱਚ, क्या ਉਹ मैं ठीक तरह ਨਾਲ ਨਿਭਾ ਰਿਹਾ ਹਾਂ। ਇਸ ਨੂੰ ਆਪਾਂ ਕਹਿੰਦੇ ਹਾਂ ਸੈਲਫ ਐਸਟੀਮ। ਬੱਚੇ ਤਿੰਨਾਂ ਦਾ मीनिंग क्लियर है? Yes sir। Good। ਤਾਂ ਨੈਕਸਟ ਇੱਕ ਛੋਟਾ ਜਿਹਾ ਹੋਰ ਕਨਸੈਪਟ ਹੈ congruence and incongruence। ਇਹ ਮੈਂ ਸੈਕਸ਼ਨ E ਚ ਆਲਰੇਡੀ ਪਹਿਲਾਂ ਕਰਵਾਇਆ ਵੀ ਸੀਗਾ, ਆਪਾਂ ਇੱਥੇ ਦੁਬਾਰਾ ਪੜ੍ਹਦੇ ਹਾਂ। as mentioned earlier, your self concept is not always perfectly aligned with reality। ਸਾਡਾ ਜਿਹੜਾ ਸੈਲਫ ਕਨਸੈਪਟ ਹੁੰਦਾ ਹੈ ਉਹ ਰਿਐਲਿਟੀ ਦੇ ਨਾਲ ਪੂਰੀ ਤਰ੍ਹਾਂ ਅਲਾਈਨ ਨਹੀਂ ਹੁੰਦਾ, ਜਾਂ ਰਿਐਲਿਟੀ ਦੀ ਤਰ੍ਹਾਂ ਨਹੀਂ ਹੁੰਦਾ, ਉਹਦੇ 'ਚ ਕੁਛ ਨਾ ਕੁਛ ਫਰਕ ਹੁੰਦਾ ਹੈ। when it is aligned with reality, your self concept is said to be congruent। ਜਦੋਂ ਸਾਡਾ ਸੈਲਫ ਕਨਸੈਪਟ ਰਿਐਲਿਟੀ ਦੇ ਨਾਲ ਅਲਾਈਨ ਹੁੰਦਾ ਹੈ ਜਾਂ ਰਿਐਲਿਟੀ ਦੀ ਤਰ੍ਹਾਂ ਹੁੰਦਾ ਹੈ, ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਕਿ ਜਿਹੜਾ ਸਾਡਾ ਸੈਲਫ ਕਨਸੈਪਟ ਹੈ ਉਹ ਕੌਂਗਰੂਐਂਟ ਹੈ। ਬਟ when there is a mismatch between how you see yourself, यानी कि your self image, and you wish you were your ideal self, जो मैं चाहना बनना, your self concept is incongruent। मतलब ਜਦੋਂ mismatch ਹੁੰਦਾ है ਸਾਡੀ ਸੈਲਫ ਇਮੇਜ ਦੇ ਵਿੱਚ ਔਰ ਆਈਡੀਅਲ ਸੈਲਫ ਦੇ ਵਿੱਚ, ਜੋ ਅਸੀਂ ਹੈ ਔਰ ਜੋ ਅਸੀਂ ਬਣਨਾ ਚਾਹੁੰਦੇ ਹਾਂ, ਜਦੋਂ ਇਨ ਦੋਨਾਂ ਚੀਜ਼ਾਂ ਦੇ ਵਿੱਚ ਮਿਸਮੈਚ ਹੁੰਦਾ ਹੈ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਇਨਕੌਂਗਰੂਐਂਟ। ਦਿਸ ਇਨਕੌਂਗਰੂਐਂਸ कैन नेगेटिवली इंपैक्ट योर सेल्फ एस्टीम। ये जिहड़ी इनकॉन्ग्रुएंस है ये नेगेटिवली अफेक्ट करती है साडे सेल्फ एस्टीम। एक डायग्राम है जो कि कॉन्ग्रुएंट और इनकॉन्ग्रुएंट नूं दिखा रहा है। कॉन्ग्रुएंट दे विच जिहड़ा सैकेंड वेन डायग्राम है, इसनूं देखो, इस दे विच जिहड़ा इंटरसैक्शन वाला पार्ट है वो ज़्यादा है, ज़्यादा ओवरलैप कर रहे हैं एक दूसरे नूं। इसका मतलब है कि जिहड़ा सैल्फ इमेज है और आइडियल सैल्फ है वो सेम है, क्योंकि वो ज़्यादा ओवरलैप कर रहे हैं। और फर्स्ट जिहड़ा वेन डायग्राम है तुसीं देखो, उस दे विच जिहड़ा ओवरलैपिंग वाला या इंटरसैक्शन वाला पार्ट है वो बहुत घट है। इसका मतलब है आइडियल सैल्फ और सैल्फ इमेज जिहड़े दोनों है वो अलग अलग तरह के ने, ठीक है ना, यानी कि इनकॉन्ग्रुएंट है। इहदे साडा मिसमैच है, आइडियल सैल्फ कुछ होर है और सैल्फ इमेज साडी कुछ होर है। बच्चे डायग्राम समझ आ गए दोनों? जिस दे विच ज़्यादा ओवरलैपिंग है ये कॉन्ग्रुएंट है, क्योंकि इत्थे ज़्यादा सिमिलर हो जाता है ये सैल्फ इमेज और आइडियल सैल्फ। लेकिन जिस दे विच इंटरैक्शन वाला ये वाला पार्ट घट है वो सैल्फ इमेज और आइडियल सैल्फ दोनों की अलग अलग है, उहदे विच ओवरलैपिंग या सिमिलैरिटी बहुत घट है, इस करके ये इनकॉन्ग्रुएंट आपां इसनूं कहने हैं। Rogers believed that incongruence has its earliest roots in the childhood। ਜਿਹੜਾ incongruent है ਇਹ ਸਾਡੇ childhood ਦੇ ਕਾਰਨ, childhood ਦੇ ਵਿੱਚ ਹੀ ਇਹ ਬਣਦਾ ਹੈ। when parents place conditions on their affection for their children। ਜਦੋਂ parents ਹੈ ਉਹ ਬੱਚੇ ਨੂੰ ਪਿਆਰ ਦੇਣ ਦੇ ਲਈ ਕੁਝ conditions ਰੱਖ ਦਿੰਦੇ ਨੇ। only expressing love if children earn it। पेरेंट्स उदों बच्चे नूं प्यार दिंदे ने जदों बच्चा उसनूं अर्न करदा है या बच्चा उसनूं कुछ अच्छा
ਕੰਮ ਕਰਦਾ ਹੈ। ਬੱਚਾ ਪੇਰੈਂਟਸ ਦੀਆਂ ਐਕਸਪੈਕਟੇਸ਼ਨਸ ਤੇ ਜਦੋਂ ਪੂਰਾ ਉਤਰਦਾ ਹੈ, ਪੇਰੈਂਟਸ ਉਦੋਂ ਹੀ ਕੰਡੀਸ਼ਨਲ ਲਵ ਕਰਦੇ ਨੇ ਕਿ ਕੋਈ ਅੱਛਾ ਕਰ, ਮੈਂ ਤਾਂ ਹੀ ਤੈਨੂੰ ਪਿਆਰ ਕਰੂੰਗਾ। Children begin to distort the memories of experiences that leave them feeling unworthy of their parents love। ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਬੱਚੇ ਨਾ ਆਹਿਸਤਾ ਆਹਿਸਤਾ ਮੈਮਰੀਜ਼ ਜਿਹੜੀਆਂ ਹੈਗੀਆਂ ਨੇ ਉਹ ਭੁੱਲ ਜਾਂਦੇ ਨੇ ਔਰ ਆਪਣੇ ਆਪ ਨੂੰ ਅਨਵਰਦੀ ਫੀਲ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਪੇਰੈਂਟਸ ਮੈਨੂੰ ਮੇਰੇ ਪਿਆਰ ਨਹੀਂ ਕਰਦੇ। ਉੱਥੇ ਜਿਹੜਾ ਸੈਲਫ ਕੰਸੈਪਟ ਆ ਉਹ ਬਹੁਤ ਜ਼ਿਆਦਾ ਅਫੈਕਟ ਹੁੰਦਾ ਹੈ। ਔਰ ਦੂਸਰੇ ਪਾਸੇ ਜਦੋਂ ਅਨਕੰਡੀਸ਼ਨਲ ਲਵ ਹੁੰਦਾ ਹੈ, ਅਨਕੰਡੀਸ਼ਨਲ ਲਵ ਦੇ ਵਿੱਚ help to foster congruence। ਇੱਥੇ congruence ਹੁੰਦੀ ਹੈ, ਕਿਉਂ? ਕਿਉਂਕਿ children who experience such love feel no need of continually distort their memories। ਜਿਨ੍ਹਾਂ ਨੂੰ ਲਗਾਤਾਰ ਪਿਆਰ ਮਿਲਦਾ ਰਹਿੰਦਾ ਹੈ ਪੇਰੈਂਟਸ ਤੋਂ, ਚਾਹੇ ਉਹ ਅੱਛਾ ਕਰ ਰਹੇ ਹੈ ਚਾਹੇ ਉਹ ਬੁਰਾ ਕਰ ਰਹੇ ਹੈ, ਤਾਂ ਉਸ ਦੇ ਨਾਲ ਕਿਆ ਹੁੰਦਾ ਹੈ, ਬੱਚਿਆਂ ਦਾ ਜਿਹੜਾ ਸੈਲਫ ਕੰਸੈਪਟ ਹੈ ਉਹ ਜ਼ਿਆਦਾ ਅੱਛਾ ਹੁੰਦਾ ਹੈ। believe that other people will love and accept them as they are। ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਹੋਰ ਲੋਕ ਹੈ ਉਹ ਉਹਨਾਂ ਨੂੰ ਲਵ ਔਰ ਪਿਆਰ ਕਰਦੇ ਨੇ ਜਿਸ ਤਰ੍ਹਾਂ ਦੇ ਉਹ ਹੈ। ਉਹਨਾਂ ਨੂੰ ਉਸ ਦੇ ਲਈ ਕੁਝ ਅੱਛਾ ਜਾਂ ਕੁਝ ਆਰਟੀਫਿਸ਼ੀਅਲ ਕਰਨ ਦੀ ਜ਼ਰੂਰਤ ਨਹੀਂ ਹੈ। ਜਿਸ ਤਰ੍ਹਾਂ ਦੇ ਉਹ ਹੈ ਆਈਡਲੀ ਔਰ ਸੈਲਫ ਇਮੇਜ, ਜਿਸ ਤਰ੍ਹਾਂ ਦੇ ਉਹ ਹੈ ਉਸ ਤਰ੍ਹਾਂ ਦੇ ਹੀ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ। ਠੀਕ ਹੈ, ਇਹ ਜਿਹੜਾ ਅਨਕੰਡੀਸ਼ਨਲ ਲਵ ਹੈ। ਬੱਚੇ ਫਰਕ ਪਤਾ ਲੱਗਿਆ ਦੋਨਾਂ ਦੇ ਵਿੱਚ? ਪਹਿਲੇ ਚ ਗੱਲ ਕਰੀ ਹੈ ਮੈਂ ਕੰਡੀਸ਼ਨਲ ਲਵ ਦੀ, ਦੂਸਰੇ ਚ ਗੱਲ ਕਰੀ ਹੈ ਅਨਕੰਡੀਸ਼ਨਲ ਲਵ ਦੀ। ਕਲੀਅਰ ਗੁੱਡ। ਤੇ ਹੁਣ ਅਸੀਂ ਕਰਾਂਗੇ ਡਿਵੈਲਪਮੈਂਟ ਆਫ ਸੈਲਫ ਕੰਸੈਪਟ ਫਰੋਮ ਡਿਫਰੈਂਟ ਆਸਪੈਕਟਸ। ਅਲੱਗ-ਅਲੱਗ ਆਸਪੈਕਟਸ ਤੋਂ ਆਪਾਂ ਨੇ ਦੇਖਣਾ ਹੈ ਕਿ ਕਿਸ ਤਰ੍ਹਾਂ ਸੈਲਫ ਡਿਵੈਲਪਮੈਂਟ ਜਿਹੜੀ ਹੈ ਉਹ ਬੱਚੇ ਦੀ ਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੋਸ਼ਲ ਆਸਪੈਕਟ ਦੀ। ਸਮਾਜਿਕ ਤੌਰ ਤੇ ਬੱਚਾ ਜਿਹੜਾ ਹੈ ਕਿਸ ਤਰ੍ਹਾਂ ਉਸਦਾ ਜਿਹੜਾ ਸੈਲਫ ਕੰਸੈਪਟ ਹੈ ਉਹ ਅਫੈਕਟ ਹੁੰਦਾ ਹੈ। ਸੋਸ਼ਲ ਆਸਪੈਕਟ ਦੇ ਅਕੋਰਡਿੰਗਲੀ ਹਿਊਮਨ ਬੀਇੰਗ ਇਜ਼ ਅ ਪਾਰਟ ਆਫ ਸੋਸਾਇਟੀ and his or her attitudes, beliefs, ambitions are influenced by interaction with family, neighbor, teachers and other members of the society। human being ਜਿਹੜਾ ਹੈ ਉਹ ਇੱਕ human ਦਾ society ਦਾ part ਹੈ ਔਰ ਉਸਦਾ ਜਿਹੜਾ ਐਟੀਟਿਊਡ ਹੈ, beliefs ਹੈ, ambitions ਹੈ, ਉਹ ਸਾਰਾ ਕੁਝ ਉਦੋਂ ਬਣਦਾ ਹੈ ਜਦੋਂ ਉਹ ਇੰਟਰੈਕਟ ਕਰਦਾ ਹੈ ਬਾਕੀਆਂ ਦੇ ਨਾਲ, ਜਿਵੇਂ ਫੈਮਿਲੀ ਹੈ, neighbors ਹੈ, ਟੀਚਰਸ ਹੈ ਜਾਂ ਹੋਰ ਜਿਹੜੇ ਵਿਅਕਤੀ ਹੈ ਸਮਾਜ ਦੇ ਵਿੱਚ ਰਹਿ ਰਹੇ ਹੈ, ਜਦੋਂ ਬੱਚਾ ਉਹਨਾਂ ਦੇ ਨਾਲ ਇੰਟਰੈਕਟ ਕਰਦਾ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਇੱਕ ਜਿਹੜਾ ਹਿਊਮਨ ਪਰਸਨੈਲਿਟੀ ਹੈ ਉਹ ਗਰੋਥ ਐਂਡ ਡਿਵੈਲਪਮੈਂਟ ਉਸਦੀ ਉਦੋਂ ਜ਼ਿਆਦਾ ਵਧੀਆ ਹੁੰਦੀ ਹੈ ਜਦੋਂ ਉਹ ਇੰਟਰੈਕਟ ਕਰਦਾ ਹੈ ਬਾਕੀਆਂ ਦੇ ਨਾਲ। ਇੱਕ ਵਿਅਕਤੀ ਅਗਰ ਕਿਸੇ ਰੂਮ ਦੇ ਵਿੱਚ ਅਗਰ ਇਕੱਲਾ ਬੈਠਾ ਰਹੇਗਾ ਤਾਂ ਉਸਦੀ ਉਨੀ ਜ਼ਿਆਦਾ ਵਧੀਆ ਗਰੋਥ ਐਂਡ ਡਿਵੈਲਪਮੈਂਟ ਨਹੀਂ ਹੋਏਗੀ। ਇਸ ਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਆਪਾਂ ਕਰਾਂਗੇ ਸੋਸ਼ਲ ਕੰਪੈਰੀਜ਼ਨਸ ਦਾ। ਵਿਲੀਅਮ ਜੇਮਸ ਨੇ 1890 ਦੇ ਵਿੱਚ ਕਿਹਾ ਸੀਗਾ that self concept develops from social comparisons। ਸਾਡਾ ਜਿਹੜਾ ਸੈਲਫ ਕੰਸੈਪਟ ਹੈ ਉਹ ਡਿਵੈਲਪ ਹੁੰਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਕੰਪੇਅਰ ਕਰਦੇ ਹਾਂ ਕਿਸੇ ਦੂਸਰੇ ਦੇ ਨਾਲ। He argued that we compare ourselves with significant others and use this information to develop an idea of what we are like। ਅਸੀਂ ਆਪਣੇ ਆਪ ਨੂੰ ਕਿਸੇ ਦੂਸਰੇ ਅੱਛੇ ਵਿਅਕਤੀਆਂ ਦੇ ਨਾਲ ਜਿਹੜੇ ਸਾਡੇ ਲਈ ਇੰਪੋਰਟੈਂਟ ਹੈ ਅਸੀਂ ਉਹਨਾਂ ਦੇ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਮੰਨ ਲਓ ਇੱਕ ਬੱਚਾ ਕਲਾਸ ਦੇ ਵਿੱਚ 99% ਮਾਰਕਸ ਲੈ ਰਿਹਾ ਹੈ ਔਰ ਦੂਸਰੇ ਬੱਚੇ ਦੇ 85% ਮਾਰਕਸ ਆਏ हैं, ਤਾਂ ਬੱਚਾ ਹਮੇਸ਼ਾ ਆਪਣੇ ਆਪ ਨੂੰ ਕੰਪੇਅਰ ਕਰਦਾ ਹੈ 99% ਮਾਰਕਸ ਵਾਲੇ ਦੇ ਨਾਲ। ਔਰ ਕਈ ਵਾਰ ਕੰਪੇਅਰ ਇਹ ਵੀ ਹੁੰਦਾ ਹੈ ਕਿ ਬੱਚਾ ਕੰਪੇਅਰ ਕਰ ਲੈਂਦਾ ਆਪਣੇ ਆਪ ਨੂੰ 60% ਬੱਚਿਆਂ ਦੇ ਨਾਲ। ਤੇ ਦੋਨੋਂ ਹੀ ਕੰਡੀਸ਼ਨਾਂ ਦੇ ਵਿੱਚ ਜਦੋਂ ਅਸੀਂ ਆਪਣੇ ਆਪ ਨੂੰ ਕੰਪੇਅਰ ਕਰਦੇ ਹਾਂ ਕਿਸੇ ਦੂਸਰੇ ਦੇ ਨਾਲ ਉਦੋਂ ਹੀ ਸਾਡਾ ਜਿਹੜਾ ਸੈਲਫ ਕੰਸੈਪਟ ਹੈ ਉਹ ਅੱਛੀ ਤਰ੍ਹਾਂ ਡਿਵੈਲਪ ਹੁੰਦਾ ਹੈ। ਨੈਕਸਟ ਹੈ ਰੋਲ ਆਫ ਫੀਡਬੈਕ। This idea was developed by Cooley in 1902 who saw feedback from others as being crucially important in the development of the self concept। देखो feedback दूसरों ਤੋਂ ਜਿਹੜੀ ਮਿਲਦੀ ਹੈ ਸਾਨੂੰ ਉਹ ਬੜੀ important ਹੈ। self concept like a looking glass reflecting what we believe other people think of us। ਇਹ ਇੱਕ ਤਰ੍ਹਾਂ ਦਾ looking glass ਹੁੰਦਾ ਹੈ ਜਿਸ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਦੁਨੀਆ ਜਾਂ ਲੋਕ ਸਾਡੇ ਬਾਰੇ ਕੀ ਸੋਚਦੇ ਨੇ, ਅਸੀਂ ਆਪਣੇ ਆਪ ਨੂੰ ਉਸ ਦੇ ਵਿੱਚ ਦੇਖ ਸਕਦੇ ਹਾਂ। This looking glass self include both evaluative and illustrative dimensions। ਇਸ ਦੇ ਵਿੱਚ ਅਸੀਂ ਆਪਣੇ ਆਪ ਨੂੰ evaluate ਕਰਦੇ ਹਾਂ। evaluative dimension ਜਿਹੜੀ ਹੁੰਦੀ ਹੈ are the judgments that we believe other people are making about us। ਕਿ ਅਸੀਂ ਦੇਖਦੇ ਹਾਂ ਕਿ ਦੂਸਰੇ ਲੋਕ ਸਾਡੇ ਬਾਰੇ ਕੀ ਸੋਚਦੇ हैं, ਕੀ ਜਜਮੈਂਟਸ ਉਹਨਾਂ ਦੀ, ਕਿਵੇਂ ਸਾਨੂੰ evaluate ਕਰਦੇ ਨੇ। ਔਰ illustrative dimension are what we believe they see when they look at us। ਉਹ ਸਾਡੇ ਵਿੱਚ ਕਿਆ ਦੇਖਦੇ हैं, illustration। ठीक है, it is not just a question how people respond to our actions, we are also forming our opinion of ourselves on the basis of what we think others people think।
ਅਸੀਂ ਆਪਣੇ ਬਾਰੇ ਸੈਲਫ ਇਮੇਜ ਜਾਂ ਸੈਲਫ ਕੰਸੈਪਟ ਇਸ ਲਈ ਵੀ ਬਣਾ ਲੈਂਦੇ ਆ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਨੇ, ਇਸ ਦੇ ਬੇਸ ਤੇ ਵੀ ਅਸੀਂ ਆਪਣਾ ਜਿਹੜਾ ਸੈਲਫ ਕੰਸੈਪਟ ਆ ਉਹ ਡਿਵੈਲਪ ਕਰਦੇ ਹਾਂ। ਕੂਲੇ ਬਲੀਵ that feelings such as pride, embarrassment and even anger arise directly from these ideas we have about how other people are perceiving us। ਸਾਡੇ 'ਚ ਜਿਹੜਾ ਇਹ embarrassment ਹੁੰਦੀ ਹੈ ਜਾਂ ਪ੍ਰਾਊਡ ਅਸੀਂ ਫੀਲ ਕਰਦੇ ਹਾਂ ਜਾਂ ਸਾਨੂੰ ਗੁੱਸਾ ਆਉਂਦਾ ਹੈ, ਅਸੀਂ ਖੁਸ਼ ਹੁੰਦੇ ਹਾਂ, ਇਹ ਸਾਰਾ ਕੁਝ ਉਦੋਂ ਹੀ ਹੁੰਦਾ ਜਦੋਂ ਅਸੀਂ ਸੋਚਦੇ ਹਾਂ ਵੀ ਦੂਸਰੇ ਲੋਕ ਸਾਡੇ ਬਾਰੇ ਕਿਆ ਸੋਚ ਰਹੇ ਹਨ। ਉਦੋਂ ਹੀ ਸਾਡਾ ਜਿਹੜਾ ਇਹ ਸੈਲਫ ਕੰਸੈਪਟ ਹੈ ਉਹ ਡਿਵੈਲਪ ਹੁੰਦਾ ਹੈ। ਨੈਕਸਟ ਹੈ ਰੋਲ ਆਫ ਸੋਸ਼ਲ ਇੰਟਰੈਕਸ਼ਨਸ। ਇਹ ਮੈਂ ਪਹਿਲਾਂ ਵੀ ਗੱਲ ਕਰੀ ਜਦੋਂ ਦੱਸਿਆ ਕਿ ਬੱਚਾ ਜਿਹੜਾ ਹੈ ਅਗਰ ਉਸਨੂੰ ਇੱਕ ਕਮਰੇ 'ਚ ਬੰਦ ਕਰ ਦਿਓ, ਕਿਸੇ ਨਾਲ ਇੰਟਰੈਕਟ ਹੀ ਨਾ ਕਰੇ ਤਾਂ ਉਸਦੀ ਗਰੋਥ ਐਂਡ ਡਿਵੈਲਪਮੈਂਟ ਉਨੀ ਜ਼ਿਆਦਾ ਵਧੀਆ ਨਹੀਂ ਹੋਏਗੀ। ਉਸੇ ਤਰ੍ਹਾਂ G.H. ਮੀਡ ਨੇ 1934 ਦੇ ਵਿੱਚ emphasize ਕਰਿਆ ਹੈ ਇੰਪੋਰਟੈਂਸ ਆਫ ਸੋਸ਼ਲ ਇੰਟਰੈਕਸ਼ਨ ਇਨ ਦ ਡਿਵੈਲਪਮੈਂਟ ਆਫ ਸੈਲਫ ਕੰਸੈਪਟ। ਮੀਡ saw experience however was much broader than simply the reactions of the individual people। experience ਦਾ ਹੋਣਾ ਜ਼ਰੂਰੀ ਹੈ ਜਾਂ interactions ਦਾ ਹੋਣਾ ਜ਼ਰੂਰੀ ਹੈ। it also included social norms, personal values and cultural patterns। according to Mead, these dimensions of social interactions become internalized as we develop ਸਾਈਕੋਲੋਜੀਕਲੀ। ਜਿਸ ਤਰ੍ਹਾਂ ਅਸੀਂ ਸਾਈਕੋਲੋਜੀਕਲੀ ਬੜੇ ਹੁੰਦੇ ਜਾਂਦੇ ਹਾਂ, ਸਾਡੇ ਜਿਹੜੇ ਇਹ ਵੈਲਿਊਜ਼ ਹੈ, ਨੋਰਮਸ ਹੈ, ਕਲਚਰਲ ਪੈਟਰਨਸ ਹੈ, ਸੋਸ਼ਲ ਇੰਟਰੈਕਸ਼ਨਸ ਹੈ, ਇਹ ਸਾਡੇ 'ਚ ਇੰਟਰਨਲਾਈਜ਼ ਹੁੰਦੀਆਂ ਜਾਂਦੀਆਂ ਨੇ, ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਿੱਖਦੇ ਜਾਂਦੇ ਹਾਂ। ਦਿਸ ਮੀਨ ਦੈਟ they are used as standards for evaluating our own behavior। ਸੋਸ਼ਲ ਇੰਟਰੈਕਸ਼ਨਸ ਦੇ ਨਾਲ ਜਦੋਂ ਅਸੀਂ ਕਲਚਰਲ ਪੈਟਰਨ, ਵੈਲਿਊਜ਼, ਨੋਰਮਸ ਦੇ ਨਾਲ ਇੰਟਰੈਕਟ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਸਟੈਂਡਰਡਸ ਦੀ ਤਰ੍ਹਾਂ ਆਪਾਂ ਉਹਨੂੰ ਡੀਲ ਕਰਦੇ ਹਾਂ, ਸਟੈਂਡਰਡਸ ਦੀ ਤਰ੍ਹਾਂ ਦੇਖਦੇ ਹਾਂ। ਇਵੈਲੂਏਟਿੰਗ, ਅਸੀਂ ਆਪਣੇ ਆਪ ਨੂੰ ਨਾ ਸਟੈਂਡਰਡਸ ਦੇ ਨਾਲ ਕੰਪੇਅਰ ਕਰਕੇ ਦੇਖਦੇ ਹਾਂ, ਰਿਗਾਰਡਲੈਸ ਆਫ ਵੈਦਰ देयर आर अदर पीपल प्रेजेंट और नॉट। चाहे उस टाइम ਤੇ ਕੋਈ ਵਿਅਕਤੀ ਪ੍ਰੈਜ਼ੈਂਟ ਹੈ ਚਾਹੇ ਨਹੀਂ ਹੈ, ਅਸੀਂ ਫਿਰ ਵੀ ਆਪਣੇ ਆਪ ਨੂੰ ਉਹਨਾਂ ਸਟੈਂਡਰਡਸ ਦੇ ਨਾਲ ਇਵੈਲੂਏਟ ਕਰਦੇ ਹਾਂ ਕਿ ਕਿਆ ਅਸੀਂ ਉਹਨਾਂ ਸਟੈਂਡਰਡਸ ਨੂੰ ਫੁੱਲਫਿਲ ਕਰਦੇ ਹਾਂ, ਕਿਆ ਅਸੀਂ ਉਹਨਾਂ ਸਟੈਂਡਰਡਸ ਤੇ ਪੂਰਾ ਖਰਾ ਉਤਰਦੇ ਹਾਂ ਕਿ ਨਹੀਂ ਉਤਰਦੇ। ਨੈਕਸਟ ਹੈ ਰੋਲ ਆਫ ਸੋਸ਼ਲ ਰੂਲਸ। ਗੌਫਮੈਨ ਨੇ 1959 ਦੇ ਵਿੱਚ ਕਿਹਾ ਕਿ ਸੈਲਫ ਕੰਸੈਪਟ ਐਜ਼ ਰਿਫਲੈਕਟਿੰਗ ਦ ਕਲੈਕਸ਼ਨ ਆਫ ਸੈਲਫ ਸੋਸ਼ਲ ਰੋਲਸ played by the individual। We all play a large number of social roles as we go about our daily life, but while initially any new role is acted out as if it is just a game that a person is playing। ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਰੋਲਸ ਪਲੇ ਕਰਦੇ ਹਾਂ। ਆਪਾਂ ਪਹਿਲਾਂ ਗੱਲ ਕਰੀ ਸੀਗੀ ਲਾਈਕ ਬ੍ਰਦਰ ਦਾ ਰੋਲ ਹੈ, ਸਿਸਟਰ ਦਾ ਰੋਲ ਹੈ, ਫਾਦਰ ਦਾ ਰੋਲ ਹੈ, ਮਦਰ ਦਾ ਰੋਲ ਹੈ, ਸਟੂਡੈਂਟ ਦਾ ਰੋਲ ਹੈ, ਕੰਜ਼ਿਊਮਰ ਦਾ ਰੋਲ ਹੈ। ਜਦੋਂ ਅਸੀਂ ਮਾਰਕੀਟ 'ਚ ਕੋਈ ਸਮਾਨ ਲੈਣ ਜਾਂਦੇ ਹਾਂ ਤਾਂ ਅਲੱਗ-ਅਲੱਗ ਤਰ੍ਹਾਂ ਦੇ ਅਸੀਂ ਰੋਲ ਪਲੇ ਕਰਦੇ ਹਾਂ। ਔਰ ਜਦੋਂ ਅਸੀਂ ਫਸਟ ਟਾਈਮ ਕਿਸੇ ਨਵੇਂ ਰੋਲ ਨੂੰ ਪਲੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਉਸਨੂੰ ਇੱਕ ਗੇਮ ਦੀ ਤਰ੍ਹਾਂ ਕਰਦੇ ਹਾਂ ਕਿ ਨਵੀਂ ਚੀਜ਼ ਆਪਾਂ ਕਰਨ ਲੱਗੇ ਹਾਂ, ਪਰਸਨ ਨੂੰ ਲੱਗਦਾ ਕਿ ਅਸੀਂ ਕੋਈ ਗੇਮ ਖੇਲ ਰਹੇ ਹਾਂ। ਆਫਟਰ ਅ ਵਾਈਲ ਦ ਰੋਲ ਬਿਕਮ ਇੰਟਰਨਲਾਈਜ਼ਡ। ਔਰ ਜਦੋਂ ਵਿਅਕਤੀ ਉਸ ਰੋਲ ਨੂੰ ਕਈ ਵਾਰ ਕਰ ਲੈਂਦਾ ਹੈ ਔਰ ਕੁਝ ਸਮੇਂ ਬਾਅਦ ਜਿਹੜਾ ਉਹ ਰੋਲ ਹੈ ਉਹ ਇੰਟਰਨਲਾਈਜ਼ ਹੋ ਜਾਂਦਾ ਹੈ ਐਜ਼ ਅਨਦਰ ਪਾਰਟ ਆਫ ਦ ਪਰਸਨਸ ਓਨ ਸੈਲਫ ਕੰਸੈਪਟ। ਉਹ ਇੱਕ ਸੈਲਫ ਕੰਸੈਪਟ ਦਾ ਇੱਕ ਹਿੱਸਾ, ਇੱਕ ਪਾਰਟ ਬਣ ਜਾਂਦਾ ਹੈ। ਅਕੋਰਡਿੰਗ ਟੂ ਗੌਫਮੈਨ ਦੇਅਰਫੋਰ ਐਨੀ ਵਨ ਪਰਸਨ ਵਿਲ ਡਿਵੈਲਪ ਅ ਨੰਬਰ ਆਫ ਫੇਸਟਸ ਟੂ देयर ਪਰਸਨੈਲਿਟੀ। ਕਿਸੇ ਵੀ ਪਰਸਨੈਲਿਟੀ ਦੇ ਬਹੁਤ ਸਾਰੇ ਫੇਸਟਸ, ਬਹੁਤ ਸਾਰੇ ਫੇਸ, ਮੁਖੌਟੇ ਹੋ ਸਕਦੇ ਨੇ। ਰਿਫਲੈਕਟਿੰਗ ਦ ਨੰਬਰ ਆਫ ਡਿਫਰੈਂਟ ਸੋਸ਼ਲ ਰੋਲਸ ਵਿਚ ਦੇ ਪਲੇ ਇਨ ਲਾਈਫ। ਇਸ ਚੀਜ਼ ਤੇ ਡਿਪੈਂਡ ਕਰਦਾ ਹੈ ਕਿ ਉਹ ਸਮਾਜ ਦੇ ਵਿੱਚ ਕਿੰਨੇ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਰੋਲ ਪਲੇ ਕਰਦਾ ਹੈ, ਉਸ ਤਰ੍ਹਾਂ ਦੇ ਹੀ ਉਨੇ ਸਾਰੇ ਉਸਦੇ ਜਿਹੜੇ ਰੋਲ ਹੈ ਜਾਂ ਪਰਸਨੈਲਿਟੀ ਦੇ ਆਸਪੈਕਟਸ ਹੈ ਉਹ ਹੋਣਗੇ। ਵਿਚ ਵਨ ਇਜ਼ ਟੂ ਦ ਫॉर ਐਟ ਐਨੀ ਗਿਵਨ ਮੂਮੈਂਟ depends on the social rules which the person is playing at the time। ਇਸ ਦੇ ਵਿੱਚ ਕਿਆ ਹੈ ਕਿ ਇਹ ਡਿਪੈਂਡ ਕਰਦਾ ਹੈ ਕਿ ਵਿਅਕਤੀ ਕਿਹੜਾ ਸੋਸ਼ਲ ਰੋਲ ਜਾਂ ਰੂਲ ਨੂੰ ਫੋਲੋ ਕਰ ਰਿਹਾ ਹੈ ਜਦੋਂ ਉਹ ਕੋਈ ਨਵਾਂ ਰੋਲ ਪਲੇ ਕਰ ਰਿਹਾ ਹੈ। ਨੈਕਸਟ ਹੈ ਚੇਂਜ ਇਨ ਸੋਸ਼ਲ ਕੰਟੈਕਸਟ। ਇਹ ਬੜਾ ਇੰਪੋਰਟੈਂਟ ਹੈ। ਸੋਸ਼ਲ ਕੰਟੈਕਸਟ ਚੇਂਜ ਥਰੂ ਰੋਲ ਟ੍ਰਾਂਜੀਸ਼ਨ, ਸਿਚੁਏਸ਼ਨਲ ਡਿਮਾਂਡਸ and changing cultural messages which leads to self concept change। social context ਦੇਖੋ ਬੱਚੇ ਚੇਂਜ ਹੁੰਦਾ ਰਹਿੰਦਾ ਹੈ, ਸਮਾਜ ਜਿਹੜਾ ਹੈਗਾ ਉਹ ਬਦਲਦਾ ਰਹਿੰਦਾ ਹੈ ਸਮੇਂ ਦੇ ਨਾਲ ਨਾਲ। ਸਮਾਜ ਦੇ ਜਿਹੜੇ ਰੂਲਸ ਹੈ, ਰੈਗੂਲੇਸ਼ਨਸ ਹੈ ਉਹ ਵੀ ਬਦਲਦੇ ਰਹਿੰਦੇ ਹੈ। ਉਸ ਦੇ ਨਾਲ ਨਾਲ ਇੱਕ ਜਿਹੜਾ ਵਿਅਕਤੀ ਹੈ ਕਿਉਂਕਿ ਉਹ ਪਾਰਟ ਹੈ ਸਮਾਜ ਦਾ, ਜਦੋਂ ਸਮਾਜ ਬਦਲੇਗਾ ਤਾਂ ਵਿਅਕਤੀ ਵੀ ਆਪਣੇ ਆਪ ਨੂੰ ਬਦਲਦਾ ਹੈ ਔਰ ਜਦੋਂ ਵਿਅਕਤੀ ਆਪਣੇ ਆਪ ਨੂੰ ਬਦਲਦਾ ਹੈ ਤਾਂ ਫਿਰ ਉਸਦਾ ਜਿਹੜਾ ਸੈਲਫ ਕੰਸੈਪਟ ਹੈ ਉਹ ਵੀ ਬਦਲ ਜਾਂਦਾ ਹੈ। Much of the time people social context remain relatively stable।
ज़्यादा टाइम ते जिहड़ा पीपल दा सोशल कंटैक्सट है वो ज़्यादा स्टेबल ही रहिंदा है, जिवें सेम फैमिली, सेम फ्रेंड, सेम कल्चर रहिंदा है। बट मैनी पीपल लिविंग इन फॉरेन कंट्रीज, लेकिन जो असीं कोई काम करन दे लई फॉरेन कंट्री चले गए या कोई होर परपस दे लई फॉरेन कंट्री चले जाने, असीं किसी दूसरे सोशल इन्वायरमेंट दे विच, कल्चरल इन्वायरमेंट दे विच रहने हैं, separate working self concept in different social environments and therefore different cultural systems। ਤਾਂ ਉੱਥੇ ਅਲੱਗ-ਅਲੱਗ ਤਰ੍ਹਾਂ ਦਾ social system ਹੁੰਦਾ ਹੈ, cultural system ਹੁੰਦਾ ਹੈ, ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੇ ਨਾਲ ਅਸੀਂ ਇੰਟਰੈਕਟ ਕਰਦੇ ਹਾਂ, ਤਾਂ ਉਸ ਦੇ ਨਾਲ ਸਾਡਾ ਜਿਹੜਾ self concept ਹੈ ਉਹ ਵੀ ਬਦਲ ਜਾਂਦਾ ਹੈ। societal implications, next point है, during the adolescent stage of a child society put many restrictions on their behavior। ਇਸ ਦੇ ਸਮੇਂ ਐਡੋਲੇਸੈਂਟ ਦੇ ਸਮੇਂ ਜਿਹੜੀ ਸੁਸਾਇਟੀ ਹੈ ਉਹ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਬੱਚੇ ਦੇ ਉੱਤੇ ਲਗਾ ਦਿੰਦੀ ਹੈ, ਬੱਚੇ ਦੇ ਬਿਹੇਵੀਅਰ ਤੇ, ਉਹਨਾਂ ਦੇ ਐਟੀਟਿਊਡਸ ਤੇ। girls will be automatically tempted to move away from the boys and boys are restricted to mingle with girls during the period। adolescent period ਦੇ ਵਿੱਚ ਸਮਾਜ ਇਹ ਰਿਸਟ੍ਰਿਕਸ਼ਨਸ ਲਗਾਉਂਦਾ ਹੈ ਕਿ ਮੁੰਡੇ ਕੁੜੀਆਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਇੰਟਰੈਕਟ ਜ਼ਿਆਦਾ ਨਹੀਂ ਕਰਨਗੇ। this makes them feel that there are some things to be afraid। ਇਸ ਦੇ ਨਾਲ ਬੱਚਿਆਂ ਨੂੰ ਲੱਗਦਾ ਹੈ ਕਿ ਜੋ ਸਮਾਜ ਸਾਨੂੰ ਇਹ ਕੰਮ ਕਰਨ ਤੋਂ ਰੋਕ ਰਿਹਾ ਹੈ, ਤਾਂ ਯਾਨੀ ਕਿ ਇਸ ਦੇ ਵਿੱਚ ਕੁਛ ਨਾ ਕੁਛ ਗਲਤ ਹੋਏਗਾ, ਤਾਂ ਬੱਚੇ ਇਸ ਤੋਂ ਡਰਨਾ ਸ਼ੁਰੂ ਕਰ ਦਿੰਦੇ ਆ। ਤਾਂ ਬੱਚੇ ਆਪੋਜ਼ਿਟ ਸੈਕਸ ਦੇ ਨਾਲ ਇੰਟਰੈਕਟ ਕਰਨ ਵੇਲੇ ਵੀ ਡਰਨਾ ਸ਼ੁਰੂ ਕਰ ਦਿੰਦੇ ਨੇ ਕਿ ਪਤਾ ਨਹੀਂ ਕਿਉਂ ਨਹੀਂ ਸਾਨੂੰ ਇੰਟਰੈਕਟ ਕਰਨ ਦਿੱਤਾ ਗਿਆ ਜਾਂ ਦਿੱਤਾ ਜਾ ਰਿਹਾ। ਤਾਂ ਬੱਚਾ ਜਿਹੜਾ ਸੈਲਫ ਕਨਸੈਪਟ ਹੈ ਉਸਦਾ ਉਹ ਅਫੈਕਟ ਹੁੰਦਾ ਹੈ। this will be automatically make them fear in a natural interaction। ਜਦੋਂ ਬੱਚਾ ਨੈਚੁਰਲੀ ਇੰਟਰੈਕਟ ਕਰੇਗਾ ਤਾਂ ਬੱਚਾ ਜਿਹੜਾ ਹੈਗਾ ਉਹ ਡਰੇਗਾ। ਤੁਸੀਂ ਦੇਖਿਆ ਹੋਣਾ ਹੈ ਕਿ ਜਿਹੜੇ ਬੱਚੇ ਸਿੰਗਲ ਜਿਵੇਂ ਕੋਐਡ 'ਚ ਨਹੀਂ ਪੜ੍ਹੇ ਹੁੰਦੇ, ਗਰਲ ਸਕੂਲ 'ਚ ਪੜ੍ਹੇ ਹੁੰਦੇ ਨੇ ਜਾਂ ਬॉयਜ਼ ਸਕੂਲ 'ਚ ਪੜ੍ਹੇ ਹੁੰਦੇ ਨੇ, ਉਹਨਾਂ ਦੀ ਪਰਸਨੈਲਿਟੀ ਉਹਨਾਂ ਬੱਚਿਆਂ ਨਾਲੋਂ ਅਲੱਗ ਹੁੰਦੀ ਹੈ ਜਿਹੜੇ ਬੱਚੇ ਕੋਐਡ ਸਕੂਲਾਂ 'ਚ ਪੜ੍ਹੇ ਹੁੰਦੇ ਨੇ। ਉਹ ਇੱਕ ਦੂਸਰੇ ਨਾਲ ਗੱਲਬਾਤ ਕਰਨ ਲੱਗੇ ਡਰਦੇ ਨਹੀਂਗੇ। ਇਸ ਦੇ ਨਾਲ ਜਿਹੜਾ ਸਾਡਾ ਸੈਲਫ ਕੰਸੈਪਟ ਹੈ ਉਹ ਅਫੈਕਟ ਹੁੰਦਾ ਹੈ। ਬੱਚੇ ਕਲੀਅਰ ਹੋ ਗਿਆ ਸਾਰਿਆਂ ਨੂੰ? ਇਹ ਸੀਗਾ ਸਾਡਾ ਸੋਸ਼ਲ ਆਸਪੈਕਟ। ਤੇ ਹੁਣ ਅਸੀਂ ਗੱਲ ਕਰਾਂਗੇ ਕਲਚਰਲ ਆਸਪੈਕਟ ਦੀ ਕਿ ਕਲਚਰ ਕਿਸ ਤਰ੍ਹਾਂ ਅਫੈਕਟ ਕਰਦਾ ਹੈ। Culture refers to the total way of life of people that includes knowledge, beliefs, morals, laws, customs। ਇਹ ਸਾਰਾ ਕੁਝ ਹੀ ਕਲਚਰ ਦੇ ਵਿੱਚ ਆਂਦਾ ਹੈ। Culture is more or less organized and persistent pattern of habits, attitudes and values। ਤਾਂ ਸਭ ਤੋਂ ਪਹਿਲਾ ਪੁਆਇੰਟ ਅਸੀਂ ਇਹਦੇ ਵਿੱਚ ਕਰਾਂਗੇ, culture shapes individual identity। ਕਲਚਰ ਜਿਹੜਾ ਹੈ ਉਹ ਇੰਡੀਵਿਜੂਅਲ ਦੀ ਆਇਡੈਂਟੀਟੀ ਨੂੰ ਸ਼ੇਪ ਕਰਦਾ ਹੈ। ਕਲਚਰ ਹੈਜ਼ ਦਾ ਪੋਟੈਂਸ਼ੀਅਲ to affect the development of self concept of an individual। self is gradually shaped by the culture in which the person is born। self ਜਿਹੜਾ ਹੈ ਬੱਚੇ ਦਾ concept, self concept affect ਹੁੰਦਾ ਹੈ ਜਿਸ culture ਦੇ ਵਿੱਚ ਬੱਚਾ ਪੈਦਾ ਹੋਇਆ ਹੈ। culture influences our ideas, thoughts, attitudes, belief system, manners, ways of life, behavior and personality। देखो कल्चर ये सारिया चीज़ों ਨੂੰ ਬੱਚਿਆਂ ਦੀ ਨੂੰ ਅਫੈਕਟ ਕਰਦਾ। ਜਦੋਂ ਬੱਚੇ ਦੇ ਆਈਡੀਆਜ਼, ਥਾਟਸ, ਐਟੀਟਿਊਡਸ, ਬਿਲੀਫ ਸਿਸਟਮ, ਮੈਨਰਸ ਇਹ ਅਫੈਕਟ ਹੋ ਗਏ ਤਾਂ ਆਟੋਮੈਟਿਕਲੀ ਬੱਚੇ ਦਾ ਜਿਹੜਾ ਸੈਲਫ ਕਨਸੈਪਟ ਹੈ ਉਹ ਅਫੈਕਟ ਹੋ ਜਾਂਦਾ ਹੈ। ਇਨਫਲੂਐਂਸ ਆਫ ਮਲਟੀਪਲ ਕਲਚਰਸ, ਦੇਖੋ ਕਈ ਵਾਰ ਨਾ 2 ਸਟੇਟਸ ਦੇ ਵੀ ਪੇਰੈਂਟਸ ਹੁੰਦੇ ਨੇ, ਫਾਦਰ ਮੰਨ ਲਓ ਪੰਜਾਬ ਦਾ ਹੈ ਔਰ ਮਦਰ ਗੁਜਰਾਤ ਦੀ ਹੈ, ਤਾਂ ਦੋ ਅਲੱਗ-ਅਲੱਗ ਤਰ੍ਹਾਂ ਦੇ ਕਲਚਰ ਬੱਚੇ ਨੂੰ ਦੇਖਣੇ ਪੈਂਦੇ ਨੇ। ਬੱਚਾ ਜਿਹੜਾ ਹੈਗਾ ਦੋ ਅਲੱਗ-ਅਲੱਗ ਕਲਚਰਸ ਦੇ ਵਿੱਚ ਰਹਿੰਦਾ ਹੈ। Some children and families experience the influence of multiple cultures। This is particularly true when parents are from different ethnic, racial or cultural groups। ਜਿਵੇਂ ਮੈਂ ਐਗਜ਼ਾਮਪਲ ਦਿੱਤੀ ਹੈ ਕਿ ਪੇਰੈਂਟਸ ਜਿਹੜੇ ਹੈਗੇ ਨੇ ਦੋ ਅਲੱਗ-ਅਲੱਗ ਸਟੇਟਸ ਤੋਂ ਨੇ। Parents may bring values from the 2 or more cultures to their views and practices in raising the children। ਹੁਣ ਜਦੋਂ ਬੱਚੇ ਨੂੰ ਰੇਜ਼ ਕਰਨਾ ਹੈ, ਬੱਚੇ ਦਾ ਪਾਲਣ ਪੋਸ਼ਣ ਕਰਨਾ ਹੈ, ਤਾਂ ਉਹ ਦੋ ਅਲੱਗ-ਅਲੱਗ ਕਲਚਰਸ ਤੋਂ ਬੱਚਾ ਜਿਹੜਾ ਹੈਗਾ ਉਹ ਵੱਡਾ ਹੋਏਗਾ। that influences beliefs, attitudes, values and children's behavior। ਜਿਸ ਦੇ ਨਾਲ ਬੱਚੇ ਦਾ ਜਿਹੜਾ ਸੈਲਫ ਕਨਸੈਪਟ ਹੈ ਉਹ ਚੇਂਜ ਹੋ ਜਾਂਦਾ ਹੈ। Cultural diversity can have a positive influence if we respect the differences of others। ਸਾਨੂੰ ਜਿਹੜਾ ਕਲਚਰਲ ਡਾਇਵਰਸਿਟੀ ਹੈ ਉਸ ਨੂੰ ਰਿਸਪੈਕਟ ਕਰਨਾ ਚਾਹੀਦਾ ਹੈ। ਸਾਨੂੰ ਦੂਸਰਿਆਂ ਦੇ ਕਲਚਰ ਦੀ ਰਿਸਪੈਕਟ ਕਰਨੀ ਹੈ, ਜਿਸ ਦੇ ਨਾਲ ਸਾਡਾ ਜਿਹੜਾ ਸੈਲਫ ਅਸਟੀਮ ਉਹ ਪੋਜ਼ਿਟਿਵਲੀ ਇਨਫਲੂਐਂਸ ਹੋਏਗਾ। ਔਰ ਔਨ ਦਾ ਅਦਰ ਹੈਂਡ ਅਗਰ ਆਪਾਂ ਡਿਸਕ੍ਰਿਮੀਨੇਟ ਕਰਾਂਗੇ ਦੂਸਰਿਆਂ ਦੇ ਕਲਚਰ ਨੂੰ ਤਾਂ ਉਹ ਬਹੁਤ ਜ਼ਿਆਦਾ ਹਾਰਮਫੁਲ ਹੈ ਸਾਡੇ ਸੈਲਫ ਕਨਸੈਪਟ ਦੇ ਲਈ। ਤਾਂ ਦੋ ਤਰ੍ਹਾਂ ਦੇ ਕਲਚਰਸ ਦੀ ਆਪਾਂ ਗੱਲ ਕਰਦੇ ਹਾਂ, ਵੈਸਟਰਨ ਕਲਚਰ ਹੈ ਔਰ ਇੱਕ ਏਸ਼ੀਅਨ ਕਲਚਰ ਹੈ। ਜਿਹੜਾ ਵੈਸਟਰਨ ਕਲਚਰ ਹੈ ਬੱਚੇ ਉਹ ਇੰਡੀਪੈਂਡੈਂਟ ਕਲਚਰ ਹੈ, ਉੱਥੇ ਲੋਕ ਇਕੱਲੇ ਰਹਿਣਾ ਪਸੰਦ ਕਰਦੇ ਨੇ। ਇੰਡੀਵਿਜੂਅਲਿਸਟਿਕ ਕਲਚਰ ਹੈ, ਜਿਵੇਂ ਉੱਥੇ ਸਾਰੇ ਕਹਿੰਦੇ ਨੇ ਆਈ ਐਮ ਵੈਰੀ ਇੰਟੈਲੀਜੈਂਟ, ਉੱਥੇ ਮੈਂ ਜ਼ਿਆਦਾ ਇੰਪੋਰਟੈਂਟ ਹੈ।
लेकिन एशियन कल्चर दे विच ग्रुप आइडेंटिटी हुंदी है ते असीं ज़्यादा ग्रुप नूं ज़्यादा वैल्यू दिंदे हैं लाइक आई एम अ स्टूडेंट ऑफ मालवा कॉलेज ਇਹਦੇ 'ਚ ਆਪਾਂ ਪ੍ਰਾਈਡ ਫੀਲ ਕਰਦੇ ਹਾਂ ਕਿ ਅਸੀਂ ਮਾਲਵਾ ਫੈਮਿਲੀ ਦੇ ਮੈਂਬਰ ਹਾਂ ਇਹ ਇੱਥੇ ਏਸ਼ੀਅਨ ਕਲਚਰ ਦੇ ਵਿੱਚ ਇੰਟਰਡਿਪੈਂਡੈਂਸ ਹੈ ਅਸੀਂ ਇੱਕ ਦੂਸਰੇ ਦੇ ਡਿਪੈਂਡੈਂਟ ਹੈ ਕਲੈਕਟਿਵਿਸਟਿਕ ਅਪਰੋਚ ਹੈ ਇੱਥੇ ਕਲਚਰ ਹੈ ਅਸੀਂ ਗਰੁੱਪ ਜਾਂ ਇਕੱਠੇ ਰਹਿਣਾ ਜ਼ਿਆਦਾ ਪਸੰਦ ਕਰਦੇ ਹਾਂ in comparison to western culture ठीक है नॉलेज ऑफ कल्चर डिवेलप रिस्पैक्टफुल एटीट्यूड अबाउट देयर कल्चर जो सानू अपने कल्चर के बारे जानकारी होंगी है तो असी रिस्पैक्टफुल बिहेवियर या एटीट्यूड साडा अपने कल्चर के प्रति हो जाता है और इस दे नाल जिहड़ा डिस्क्रिमिनेशन है वो भी दूर होंगी है दूसरे के रिलीजन नूं लैके कल्चर नूं लैके वी शुड फाइंड पीपल ऑफ वेरियस अदर कल्चर्स टू शेयर देयर एक्सपीरियंसिस सानू अलग अलग तरह के लोग लभने चाहिए ने जो कि अपने एक्सपीरियंसिस अलग अलग तरह के कल्चर के एक्सपीरियंसिस बच्चों के नाल शेयर करन डिस्पले पिक्चर ऑफ वोमेन मैन एंड चिल्ड्रन ऑफ डिफरेंट एथनिक ग्रुप अलग अलग तरह के सानू जिहड़े हैं वो लोगों दी पिक्चर्स उन्होंने काम करने का तरीका वो दिखाना चाहिए है ताकि लोगों को जानकारी हो बच्चों सारिਆਂ ਨੂੰ कि किस तरह अलग अलग तरह के काम करते हैं तो टीचर का क्या रोल है इन द डिवेलपमेंट ऑफ सैल्फ कंसैप्ट टीचर जिहड़ा है वो कंसीडर करेगा कल्चरल बैकग्राउंड नूं जो टीचर स्कूल सैटिंग दे विच पढ़ा रहा है देखेगा कि किन्ने तरह के बच्चे मेरे क्लास में बैठे ने टीचर लर्न अबाउट द कल्चर्स टीचर देखेगा कि किन्ने तरह के अलग अलग तरह के बच्चे जिहड़े हैं वो स्कूल दे विच आ रहे हैं क्लास दे विच आ रहे हैं टीचर शुड यूज हिज और हर बेसिक नॉलेज of the culture to talk with each family about its values and practices टीचर ने क्या करना है अपनी नॉलेज नू अक्वायर भी करना है और यूज भी करना है जो टीचर गलबात करेगा पेरेंट्स दे नाल पीटीएम्स दे विच टीचर शुड ट्राई टू बिल्ड on what he or she learned from each family उसने अगे उसनू बताना है जो भी उसने सीखा है टीचर शुड इन्फ्यूज द करिकुलम एंड क्लासरूम इन्वायरमेंट टीचर ने इस तरह का इन्वायरमेंट क्रिएट करना है इस तरह का मटीरियल या इस तरह का करिकुलम होना चाहिए है जिस दे विच के अलग अलग तरह के कल्चर्स की रिस्पैक्ट होवे अलग अलग तरह के कल्चर्स का जिहड़ा है वो मटीरियल क्लासरूम दे विच होना चाहिए है टीचर शुड शो रिस्पैक्ट फॉर एंड बीइंग सेंसिटिव टू अदर्स टीचर ने सेंसिटिव होना है अलग अलग तरह के कल्चर्स के प्रति लर्निंग बाय ऑब्जर्विंग एंड एग्जिबिटिंग ह्यूमिलिटी मे आल्सो एविडेंस पॉजिटिव सेल्फ कंसेप्ट एंड शुड बी नरिश्ड सानू जिहड़ा है वो दूसरे कल्चर्स दे विच रिस्पैक्ट देखनी रिस्पैक्ट करनी है उन्हां दी और यही चीज टीचर ने बच्चों दे विच भी नरिश करनी है बच्चे क्लियर हो गया है हाँ देखो असी अज मीनिंग कर लिया सैल्फ कंसैप्ट का उसके कंपोनेंट्स कर ले और दो आस्पैक्ट मैं अज कवर किए ने सोशल आस्पैक्ट ते कल्चरल आस्पैक्ट किसी बच्चे को कोई प्रॉब्लम है तो बच्चे पूछ लो नो सर चलो ठीक है